ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਓਮਿਕਰੋਨ ਦਾ ਖੌਫ, ਅਮਰੀਕਾ ਨੇ ਭਾਰਤ ਸਮੇਤ ਹੋਰ ਦੇਸ਼ਾਂ ਦੇ ਯਾਤਰੀਆਂ ਦੇ ਲਾਏ ਨਵੇਂ ਦਿਸ਼ਾ ਨਿਰਦੇਸ਼। ਬ੍ਰਿਟੇਨ ਨੇ ਯਾਤਰਾ ਤੋਂ ਪਹਿਲਾਂ ਜਾਂਚ ਕੀਤੀ ਸ਼ੁਰੂ। ਇਟਲੀ ਤੋਂ ਭਾਰਤ ਤੇ ਭਾਰਤ ਤੋਂ ਇਟਲੀ ਆਉਣ ਜਾਣ ਵਾਲੇ ਭਾਰਤੀ ਹੋ ਰਹੇ ਨੇ ਕਥਿਤ ਤੌਰ ਤੇ ਖੱਜਲ ਖੁਆਰ। 2 ਹਫ਼ਤਿਆਂ ਬਾਅਦ ਅਫਗਾਨਿਸਤਾਨ ਦੇ 17 ਸੂਬਿਆਂ ਵਿੱਚ ਫਿਰ ਤੋਂ ਪਾਸਪੋਰਟ ਸੇਵਾ ਸ਼ੁਰੂ। ਅਮਰੀਕਾ 'ਚ ਕਰੂਜ਼ ਸ਼ਿਪ ਤੇ ਮਿਲੇ ਕੋਵਿਡ-19 ਦੇ 10 ਨਵੇਂ ਮਰੀਜ਼। ਅਮਰੀਕਾ ਸਕੂਲ 'ਚ ਗੋਲਾਬਾਰੀ ਕਰਨ ਵਾਲੇ ਵਿਦਿਆਰਥੀ ਦੇ ਮਾਪੇ ਗ੍ਰਿਫਤਾਰ। ਓਮਿਕਰੋਨ ਦੀ ਦਹਿਸ਼ਤ ਹੇਠ ਦੁਨੀਆ, ਅਮਰੀਕੀ ਡਾਕਟਰ ਫਾਊਚੀ ਨੇ ਕੀਤਾ ਵੱਡਾ ਦਾਅਵਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮਿਕਰੋਨ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਅਮਰੀਕਾ ਨੇ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਇੱਥੇ ਆਉਣ ਵਾਲੇ ਸਾਰੇ ਯਾਤਰੀਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਸ ਮੁਤਾਬਕ ਕੋਵਿਡ-19 ਨੈਗੇਟਿਵ ਟੈਸਟ ਰਿਪੋਰਟ ਲਿਆਉਣ ਅਤੇ ਇਨਫੈਕਸ਼ਨ ਤੋਂ ਉਭਰਨ ਦਾ ਸਬੂਤ ਲਿਆਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਨਵਾਂ ਨਿਯਮ 6 ਦਸੰਬਰ ਤੋਂ ਲਾਗੂ ਹੋਏਗਾ। ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੇ ਅਧੀਨ ਆਉਣ ਵਾਲੇ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਜਾਣਕਾਰੀ ਦਿੱਤੀ ਹੈ। ਭਾਰਤ ਸਰਕਾਰ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇੱਥੇ ਭਾਰਤੀ ਅਮਰੀਕੀ ਭਾਈਚਾਰੇ ਦੇ ਨੇਤਾਵਾਂ ਨੂੰ ਸੂਚਿਤ ਕੀਤਾ ਹੈ। ਇਹ ਸੋਧਿਆ ਆਦੇਸ਼ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਕਰਨ ਵਾਲੇ 2 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ-19 ਟੈਸਟਿੰਗ ਨੂੰ ਲਾਜ਼ਮੀ ਬਣਾਉਂਦਾ ਹੈ। ਕਿਸੇ ਵੀ ਦੇਸ਼ ਤੋਂ ਅਮਰੀਕਾ ਲਈ ਰਵਾਨਾ ਹੋਣ ਵਾਲੇ ਜਹਾਜ਼ ਲਈ ਜਾਰੀ ਇਸ ਨਵੇਂ ਸੋਧੇ ਆਦੇਸ਼ ਮੁਤਾਬਕ ਯਾਤਰੀਆਂ ਨੂੰ ਯਾਤਰਾ ਤੋਂ ਵੱਧ 1 ਦਿਨ ਪਹਿਲਾਂ ਇੱਕ ਨੈਗੇਟਿਵ ਟੈਸਟ ਰਿਪੋਰਟ ਦਿਖਾਉਣੀ ਪਏਗੀ ਅਤੇ ਉਹਨਾਂ ਨੂੰ ਯਾਤਰਾ ਤੋਂ 90 ਦਿਨ ਪਹਿਲਾਂ ਕੋਵਿਡ-19 ਤੋਂ ਉਭਰਨ ਦਾ ਸਬੂਤ ਦੇਣਾ ਹੋਏਗਾ। ਅਮਰੀਕਾ ਦੇ ਨਿਊਯਾਰਕ 'ਚ ਸ਼ਨੀਵਾਰ ਨੂੰ ਓਮਿਕਰੋਨ ਇਨਫੈਕਸ਼ਨ ਦੇ 3 ਹੋਰ ਮਾਮਲੇ ਸਾਹਮਣੇ ਆਏ ਅਤੇ ਇਸ ਨਾਲ ਸੂਬੇ 'ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 8 ਹੋ ਗਈ ਹੈ। ਇਸ ਤੋਂ ਇਲਾਵਾ ਅਮਰੀਕਾ ਵਿੱਚ ਉਹਨਾਂ ਰਾਜਾਂ ਦੀ ਗਿਣਤੀ ਵੱਧ ਗਈ ਹੈ ਜਿੱਥੇ ਓਮਿਕਰੋਨ ਇਨਫੈਕਸ਼ਨ ਦੇ ਪਹਿਲੇ ਮਾਮਲੇ ਸਾਹਮਣੇ ਆਏ ਨੇ। ਨਿਊਯਾਰਕ ਦੀ ਹੈਲਥ ਕਮਿਸ਼ਨਰ ਮੈਰੀ ਬਾਸਸੇਟ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਓਮਿਕਰੋਨ ਦੀ ਲਾਗ ਇੱਥੇ ਫੈਲ ਗਈ ਹੈ ਅਤੇ ਜਿਵੇਂ ਕਿ ਖਦਸ਼ਾ ਸੀ, ਅਸੀਂ ਹੁਣ ਕਮਿਊਨਿਟੀ ਵਿੱਚ ਲਾਗ ਦੇ ਫੈਲਣ ਨੂੰ ਦੇਖ ਰਹੇ ਹਾਂ। ਅਮਰੀਕਾ ਦੇ ਮੈਸਾਚੂਸੇਟਸ ਅਤੇ ਵਾਸ਼ਿੰਗਟਨ ਵਿੱਚ ਸ਼ਨੀਵਾਰ ਨੂੰ ਪਹਿਲੀ ਵਾਰ ਓਮਿਕਰੋਨ ਇਨਫੈਕਸ਼ਨ ਦੇ ਮਾਮਲੇ ਪਾਏ ਗਏ ਨੇ। ਇਸ ਤੋਂ 1 ਦਿਨ ਪਹਿਲਾਂ ਨਿਊ ਜਰਸੀ, ਜਾਰਜੀਆ, ਪੈਂਸਿਲਵੇਨੀਆ ਅਤੇ ਮੈਰੀਲੈਂਡ ਵਿੱਚ ਸ਼ੁੱਕਰਵਾਰ ਨੂੰ ਪਹਿਲੀ ਵਾਰ ਕੋਵਿਡ-19 ਦੇ ਇਸ ਰੂਪ ਨਾਲ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਸਨ। ਬ੍ਰਿਟੇਨ ਨੇ ਦੇਸ਼ ਵਿੱਚ ਦਾਖਲ ਹੋਣ ਵਾਲੇ ਸਾਰੇ ਯਾਤਰੀਆਂ ਲਈ ਯਾਤਰਾ ਤੋਂ ਪਹਿਲਾਂ ਜਾਂਚ ਕਰਵਾਉਣ ਨੂੰ ਮੁੜ ਜ਼ਰੂਰੀ ਕਰ ਦਿੱਤਾ ਹੈ ਅਤੇ ਕੋਰੋਨਾ ਵਾਇਰਸ ਦੇ ਓਮਿਕਰੋਨ ਵੈਰੀਐਂਟ ਦੇ ਪ੍ਰਸਾਰ ਦੇ ਖਦਸ਼ਿਆਂ ਦਰਮਿਆਨ ਨਾਈਜੀਰੀਆ ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਬ੍ਰਿਟੇਨ ਸਿਹਤ ਅਤੇ ਸੁਰੱਖਿਆ ਏਜੰਸੀ ਵੱਲੋਂ ਕੀਤੇ ਗਏ ਨਵੇਂ ਵਿਸ਼ਲੇਸ਼ਣ ਤੋਂ ਸੰਕੇਤ ਮਿਲਦਾ ਹੈ ਕਿ ਲਾਗ ਅਤੇ ਲਾਗ ਦੇ ਵਿਚਕਾਰ ਸਮਾਂ ਓਮਾਈਕਰੋਨ ਵੈਰੀਐਂਟ ਦੇ ਨਾਲ ਛੋਟਾ ਹੋ ਸਕਦਾ ਹੈ। ਇਸ ਨਾਲ ਯਾਤਰਾ ਕਰਨ ਤੋਂ ਪਹਿਲਾਂ ਦੀ ਜਾਂਚ ਦੀ ਪ੍ਰਭਾਵਸ਼ੀਲਤਾ ਵੱਧ ਜਾਂਦੀ ਹੈ ਕਿਉਂਕਿ ਇਸ ਨਾਲ ਯਾਤਰਾ ਤੋਂ ਪਹਿਲਾਂ ਸੰਕਰਮਿਤਾਂ ਦੀ ਪਛਾਣ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਇਸ ਲਈ ਮੰਗਲਵਾਰ ਦੀ ਸਵੇਰ ਤੋਂ ਬ੍ਰਿਟੇਨ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਪਹਿਲਾਂ ਤੋਂ ਬੁੱਕ ਪੋਲੀਮਰੇਜ਼ ਚੇਨ ਰਿਐਕਸ਼ਨ ਦੀ ਨੈਗੇਟਿਵ ਰਿਪੋਰਟ ਜਾਂ ਲੈਟਰ ਫਲੋ ਟੈਸਟ ਰਿਪੋਰਟ ਦੇਣੀ ਹੋਏਗੀ ਜੋ ਯਾਤਰਾ ਤੋਂ ਪਹਿਲਾਂ 48 ਘੰਟੇ ਤੋਂ ਪੁਰਾਣੀ ਨਾ ਹੋਏ। ਇਹ ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਤੇ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਤੇ ਲਾਗੂ ਹੋਏਗਾ। ਕੋਰੋਨਾ ਮਹਾਮਾਰੀ ਨੇ ਇਟਲੀ ਦੇ ਭਾਰਤੀਆਂ ਨੂੰ ਜਿੱਥੇ ਸਰੀਰਕ ਤੌਰ ਤੇ ਪਰੇਸ਼ਾਨ ਕਰ ਰੱਖਿਆ ਹੈ, ਉੱਥੇ ਭਾਰਤ ਤੋਂ ਇਟਲੀ ਤੇ ਇਟਲੀ ਤੋਂ ਭਾਰਤ ਨੂੰ ਜਾਣ ਵਾਲੀਆਂ ਸਪਾਈਸ ਜੈਟ ਦੀਆਂ ਫਲਾਈਟਾਂ ਵੀ ਭਾਰਤੀਆਂ ਨੂੰ ਖੱਜਲ ਖੁਆਰ ਕਰਨ ਵਿੱਚ ਕਥਿਤ ਤੌਰ ਤੇ ਕੋਈ ਕਸਰ ਨਹੀਂ ਛੱਡ ਰਹੀਆਂ। 1 ਦਸੰਬਰ ਨੂੰ ਅੰਮ੍ਰਿਤਸਰ ਤੋਂ ਰੋਮ ਆ ਰਹੀ ਫਲਾਈਟ ਦੀ ਦੇਰੀ ਹੋਣ ਕਰਕੇ ਯਾਤਰੀਆਂ ਨੂੰ ਏਅਰਪੋਰਟ ਤੇ ਕਾਫੀ ਪਰੇਸ਼ਾਨੀ ਪੇਸ਼ ਆਈ ਹੈ। ਬੇਸ਼ੱਕ ਕਿ ਯਾਤਰੀਆਂ ਨੇ ਦੁਖੀ ਹੋ ਕੇ ਪ੍ਰਬੰਧਕਾਂ ਨੂੰ ਰੱਜ ਕੇ ਕੋਸਿਆ ਵੀ, ਪਰ ਲੱਗਦਾ ਨਹੀਂ ਕਿ ਯਾਤਰੀਆਂ ਦੀ ਇਹ ਤਕਲੀਫ ਨੂੰ ਕਿਸੇ ਨੂੰ ਨਜ਼ਰ ਆਈ ਹੋਵੇ। ਇਸ ਉਡਾਨ ਵੱਲੋਂ ਲੇਟ ਹੋਣਾ ਹੁਣ ਆਮ ਜਿਹਾ ਬਣਦਾ ਜਾ ਰਿਹਾ, ਜਿਸ ਕਾਰਨ ਵਿਚਾਰੇ ਉਹ ਭਾਰਤੀ ਪੈਸੇ ਵੀ ਖਰਚਦੇ ਹਨ ਤੇ ਰੱਜ ਕੇ ਖੱਜਲ ਖੁਆਰ ਵੀ ਹੁੰਦੇ ਨੇ ਜਿਹੜੇ ਇਸ 에ਅਰਲਾਈਨ ਵਿੱਚ ਇੰਨੇ ਦਿਨੇ ਸਫ਼ਰ ਕਰ ਰਹੇ ਨੇ। ਬੀਤੇ ਦਿਨ ਸ੍ਰੀ ਅੰਮ੍ਰਿਤਸਰ ਤੋਂ ਰੋਮ ਆਉਣ ਵਾਲੀ ਫਲਾਈਟ ਭੇਦ ਭਰੇ ਕਾਰਨਾਂ ਕਾਰਨ ਜਿੱਥੇ 1 ਦਿਨ ਨਾਲ ਅੰਮ੍ਰਿਤਸਰ ਤੋਂ ਉੱਡੀ, ਉੱਥੇ ਰੋਮ ਤੇ ਬੈਰਾਗਾਮੋ ਤੋਂ ਭਾਰਤ ਜਾਣ ਵਾਲੀਆਂ ਫਲਾਈਟਾਂ ਵੀ ਆਪਣੇ ਨਿਰਧਾਰਤ ਸਮੇਂ ਤੋਂ ਲੇਟ ਜਾਣ ਨਾਲ ਯਾਤਰੀਆਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਹੋਰ ਤਾਂ ਹੋਰ ਇਸ 에ਅਰਲਾਈਨ ਨੇ ਪਹਿਲਾਂ ਯਾਤਰੀਆਂ ਨੂੰ ਜ਼ਿਆਦਾ ਭਾਰ ਵੀ ਲਿਜਾਣ ਦਾ ਟਿਕਟ ਤੇ ਲਿਖਿਆ ਹੋਇਆ ਸੀ, ਜਿਨ੍ਹਾਂ ਕਿ ਪਹਿਲਾਂ ਤੋਂ ਟਿਕਟਾਂ ਲੈ ਰੱਖੀਆਂ ਨੇ, ਪਰ ਹੁਣ ਭਾਰ ਵੀ ਘਟਾ ਦਿੱਤਾ ਹੈ।
ਇਹ ਵੀ ਯਾਤਰੀਆਂ ਲਈ ਨਿਰਾਸ਼ਾ ਦਾ ਕਾਰਨ ਬਣਿਆ ਹੋਇਆ ਹੈ। ਯਾਤਰੀਆਂ ਦਾ ਕਹਿਣਾ ਸੀ ਕਿ ਸਪਾਈਸ 에ਅਰਲਾਈਨ ਪਤਾ ਨਹੀਂ ਕਿਉਂ ਜਾਣਬੁੱਝ ਕੇ ਲੋਕਾਂ ਨੂੰ ਖਰਾਬ ਕਰ ਰਹੀ ਹੈ, ਜਿਸ ਕਰਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਟਿਕਟਾਂ ਸੋਚ ਸਮਝ ਕੇ ਹੀ ਲੈਣ ਜਾਂ ਫਿਰ ਪਹਿਲਾਂ ਹੀ ਮਨ ਬਣਾ ਲੈਣ ਕਿ ਉਹ ਭਾਰਤ ਦੀ ਯਾਤਰਾ ਤੇ ਨਹੀਂ ਸਗੋਂ ਖੱਜਲ ਖੁਆਰੀ ਦੇ ਰਾਹ ਉੱਤੇ ਜਾ ਰਹੇ ਨੇ। ਕੁਝ ਯਾਤਰੀਆਂ ਨੇ ਤਾਂ ਇਹ ਵੀ ਦੁੱਖ ਸਾਂਝਾ ਕੀਤਾ ਹੈ ਕਿ ਇੱਕ ਤਾਂ ਪਹਿਲਾਂ ਹੀ ਉਹ ਮਹਿੰਗੀਆਂ ਟਿਕਟਾਂ ਨਾਲ ਸਫ਼ਰ ਕਰਦੇ ਨੇ, ਦੂਜਾ ਜੇਕਰ ਉਹਨਾਂ ਵਿੱਚੋਂ ਕਿਸੇ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆ ਜਾਂਦੀ ਹੈ ਤਾਂ ਉਹ ਯਾਤਰੀ ਉਸ ਸਮੇਂ ਤੱਕ ਸਫ਼ਰ ਨਹੀਂ ਕਰ ਸਕਦਾ ਜਦੋਂ ਤੱਕ ਉਸ ਦੀ ਕਰੋਨਾ ਰਿਪੋਰਟ ਨੈਗੇਟਿਵ ਨਾ ਹੋਵੇ। ਅਜਿਹੇ ਹਾਲਾਤਾਂ ਵਿੱਚ ਪੀੜਤ ਯਾਤਰੀ ਨੂੰ ਟਿਕਟ ਦਾ ਕੋਈ ਰਿਫੰਡ ਨਹੀਂ ਮਿਲਦਾ। ਕਰੋਨਾ ਪੋਜ਼ਿਟਿਵ ਹੋਣ ਵਿੱਚ ਯਾਤਰੀ ਦਾ ਕੋਈ ਦੋਸ਼ ਨਹੀਂ ਹੁੰਦਾ ਤੇ ਸਰਕਾਰ ਦੇ ਹੁਕਮ ਮੰਨਦਾ ਉਹ ਯਾਤਰੀ ਯਾਤਰਾ ਨਹੀਂ ਕਰਦਾ, ਪਰ ਅਫਸੋਸ ਉਸ ਵਿਚਾਰੇ ਨੂੰ ਦੂਰੀ ਮਾਰ ਚੱਲਣੀ ਪੈਂਦੀ ਹੈ, ਜਿਸ ਵੱਲ ਭਾਰਤ ਤੇ ਇਟਲੀ ਸਰਕਾਰ ਉਚੇਚਾ ਧਿਆਨ ਦੇਵੇ ਤਾਂ ਜੋ ਲੋਕਾਂ ਦੀ ਲੁੱਟ ਹੋਣ ਤੋਂ ਬਚ ਸਕੇ। ਅਫਗਾਨਿਸਤਾਨ ਦੇ ਪਾਸਪੋਰਟ ਵਿਭਾਗ ਨੇ 17 ਸੂਬਿਆਂ ਵਿੱਚ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਨੇ ਅਤੇ ਜਲਦੀ ਹੀ ਹੋਰ ਸੂਬਿਆਂ ਵਿੱਚ ਵੀ ਸ਼ੁਰੂ ਹੋਣ ਦੀ ਉਮੀਦ ਹੈ। ਪਾਸਪੋਰਟ ਵਿਭਾਗ ਦੇ ਮੁਖੀ ਆਲਮ ਗੁਲ ਹਕਾਨੀ ਨੇ ਘੋਸ਼ਣਾ ਕੀਤੀ ਹੈ ਕਿ ਤਾਲਿਬਾਨ ਦੀ ਅਗਵਾਈ ਵਾਲੀ ਅੰਤਰਿਮ ਕੈਬਨਿਟ ਨੇ 16 ਨਵੰਬਰ ਨੂੰ 7 ਸੂਬਿਆਂ ਬਲਖ, ਪਖਤੀਆ, ਕੰਦਾਰ, ਕੰਦੂਜ਼, ਹੈਰਾਤ, ਨੰਗਰਹਾਰ ਅਤੇ ਖੋਸਤ ਵਿੱਚ ਪਾਸਪੋਰਟ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ, ਪਰ ਸੂਚਨਾ ਮਿਲਣ ਦੇ ਬਾਵਜੂਦ ਕਾਰਵਾਈ ਠੱਪ ਕਰ ਦਿੱਤੀ ਗਈ। ਪਾਸਪੋਰਟ ਸੇਵਾਵਾਂ ਹੁਣ ਪਰਵਾਨ, ਕਪੀਸਾ, ਲੋਗਰ, ਮੈਦਾਨ ਵਾਰਦਕ, ਗਜ਼ਨੀ, ਦਾਇਕੁੰਡੀ, ਫਰਿਆਬ, ਕੋਰ, ਨੂਰਿਸਤਾਨ ਅਤੇ ਬਦਖਸ਼ਾਨ ਪ੍ਰਾਂਤਾਂ ਵਿੱਚ ਉਪਲਬਧ ਹੋਣਗੀਆਂ। ਹਾਲਾਂਕਿ ਵਿਭਾਗ ਆਪਣੀਆਂ ਸੇਵਾਵਾਂ ਨੂੰ ਸੂਬਾਈ ਸ਼ਾਖਾ ਤੱਕ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਹਕਾਨੀ ਨੇ ਕਿਹਾ ਕਿ ਕਾਬੁਲ ਵਿੱਚ ਪਾਸਪੋਰਟ ਦਫ਼ਤਰ 'ਚ ਕੁਝ ਤਕਨੀਕੀ ਸਮੱਸਿਆਵਾਂ ਨੇ ਜੋ ਅਜੇ ਸੁਲਝੀਆਂ ਨਹੀਂ ਹਨ। ਹਕਾਨੀ ਨੇ ਭਰੋਸਾ ਦਿੱਤਾ ਕਿ ਰੁਕੀ ਹੋਈ ਪ੍ਰਗਤੀ ਨੂੰ ਹੱਲ ਕਰਨ ਦੀ ਕੋਸ਼ਿਸ਼ ਜਾਰੀ ਹੈ। ਅਸੀਂ ਨਵੀਆਂ ਮਸ਼ੀਨਾਂ ਖਰੀਦੀਆਂ ਨੇ, ਅਸੀਂ ਰਾਜਧਾਨੀ ਵਿੱਚ ਪਾਸਪੋਰਟ ਜਾਰੀ ਕਰਨਾ ਦੁਬਾਰਾ ਸ਼ੁਰੂ ਕਰਾਂਗੇ। ਨਾਰਵੇ ਦੇ ਇੱਕ ਕਰੂਜ਼ ਸਮੁੰਦਰੀ ਜਹਾਜ਼ ਤੇ ਸਵਾਰ 10 ਲੋਕ ਕੋਵਿਡ-19 ਪੋਜ਼ਿਟਿਵ ਪਾਏ ਗਏ ਨੇ। ਅਧਿਕਾਰੀਆਂ ਨੇ ਸ਼ਨੀਵਾਰ ਰਾਤ ਇਹ ਜਾਣਕਾਰੀ ਦਿੱਤੀ ਹੈ। ਲੁਈਸਿਆਨਾ ਦੇ ਸਿਹਤ ਵਿਭਾਗ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਦਾ ਨਾਰਵੇਜ਼ੀਅਨ ਬ੍ਰੇਕਵੇ ਨਾਮਕ ਕਰੂਜ਼ ਜਹਾਜ਼ 28 ਨਵੰਬਰ ਨੂੰ ਨਿਊ ਆਰਲੀਨਜ਼ ਤੋਂ ਰਵਾਨਾ ਹੋਇਆ ਸੀ ਅਤੇ ਇਸਨੇ ਹਫ਼ਤੇ ਦੇ ਅੰਤ ਵਿੱਚ ਵਾਪਸ ਆਉਣਾ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਬਲੀਜ਼ੇ, ਹੋਂਡਰਾਸ ਅਤੇ ਮੈਕਸੀਕੋ ਇਸ ਦੇ ਪੜਾਅ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਤੇ 3200 ਤੋਂ ਵੱਧ ਲੋਕ ਸਵਾਰ ਨੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਵਿੱਚ ਲਾਗ ਦੇ ਮਾਮਲੇ ਸਾਹਮਣੇ ਆਏ ਨੇ ਅਤੇ ਕੁਆਰੰਟਾਈਨ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਸੰਕਰਮਿਤ ਪਾਏ ਗਏ ਲੋਕਾਂ ਦੀ ਸਥਿਤੀ ਕਿਹੋ ਜਿਹੀ ਹੈ। ਅਮਰੀਕਾ ਦੇ ਮਿਸ਼ੀਗਨ ਹਾਈ ਸਕੂਲ ਵਿੱਚ ਗੋਲਾਬਾਰੀ ਅਤੇ 4 ਲੋਕਾਂ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਨੇ ਦੋਸ਼ੀ ਦੇ ਮਾਤਾ-ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਪਿਆਂ ਵੱਲੋਂ ਕ੍ਰਿਸਮਸ ਦੇ ਤੋਹਫੇ ਵਜੋਂ ਪਿਸਤੌਲ ਲੈ ਕੇ ਦਿੱਤਾ ਗਿਆ ਸੀ, ਜਿਸ ਕਾਰਨ ਨੌਜਵਾਨ ਨੇ ਸਕੂਲ ਵਿੱਚ ਗੋਲੀਆਂ ਚਲਾ ਕੇ 4 ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ ਹੈ। ਇਸ ਘਟਨਾ ਵਿੱਚ 8 ਲੋਕ ਜ਼ਖਮੀ ਵੀ ਹੋਏ ਸਨ। ਦਰਅਸਲ ਅਮਰੀਕਾ ਦੇ ਮਿਸ਼ੀਗਨ ਹਾਈ ਸਕੂਲ ਵਿੱਚ ਹੱਤਿਆ ਦੇ ਮਾਮਲੇ 'ਚ ਪੁਲਿਸ ਦੋਸ਼ੀਆਂ ਦੇ ਮਾਪਿਆਂ ਦੀ ਭਾਲ ਕਰ ਰਹੀ ਸੀ। ਪੁਲਿਸ ਦਾ ਕਹਿਣਾ ਹੈ ਕਿ ਹਾਈ ਸਕੂਲ ਦੇ ਨੌਜਵਾਨ ਨੂੰ ਉਸਦੇ ਮਾਤਾ-ਪਿਤਾ ਨੇ ਕ੍ਰਿਸਮਸ ਦੇ ਤੋਹਫੇ ਵਜੋਂ ਪਿਸਤੌਲ ਦਿੱਤਾ ਸੀ, ਜਿਸ ਕਾਰਨ ਨੌਜਵਾਨ ਨੇ ਸਕੂਲ 'ਚ ਗੋਲੀਆਂ ਚਲਾ ਕੇ 4 ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਵਿੱਚ 8 ਲੋਕ ਜ਼ਖਮੀ ਵੀ ਹੋਏ। ਸੰਬੰਧਿਤ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਵਿਦਿਆਰਥੀ ਦੇ ਮਾਪਿਆਂ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਸੀ। ਮਿਸ਼ੀਗਨ ਹਾਈ ਸਕੂਲ ਵਿੱਚ ਮੰਗਲਵਾਰ ਨੂੰ ਵਾਪਰੀ ਇਸ ਘਟਨਾ ਵਿੱਚ ਨੌਜਵਾਨ ਨੇ ਸਿਰਫ 5 ਮਿੰਟ 'ਚ 15 ਤੋਂ 20 ਰਾਊਂਡ ਫਾਇਰ ਕੀਤੇ ਸਨ। ਇਹ ਗੋਲਾਬਾਰੀ ਉਸ ਸਮੇਂ ਹੋਈ ਜਦੋਂ ਕਲਾਸ ਚੱਲ ਰਹੀ ਸੀ, ਜਿਸ ਵਿੱਚ ਗੋਲੀ ਲੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 8 ਜ਼ਖਮੀਆਂ ਵਿੱਚ ਇੱਕ ਅਧਿਆਪਕ ਵੀ ਸ਼ਾਮਲ ਹੈ। ਘਟਨਾ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਨੌਜਵਾਨ ਨੂੰ ਕਾਬੂ ਕਰਕੇ ਤੁਰੰਤ ਕਾਬੂ ਕਰ ਲਿਆ। ਉਸ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ। ਅਮਰੀਕਾ ਦੇ ਚੋਟੀ ਦੇ ਮੈਡੀਕਲ ਅਧਿਕਾਰੀ ਨੇ ਕਿਹਾ ਹੈ ਕਿ ਹਾਲਾਂਕਿ ਕਰੋਨਾ ਵਾਇਰਸ ਦਾ ਓਮਿਕਰੌਨ ਵੈਰੀਐਂਟ ਦੇਸ਼ ਭਰ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ, ਪਰ ਸ਼ੁਰੂਆਤੀ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਇਹ ਵਾਇਰਸ ਦੇ ਡੈਲਟਾ ਵੇਰੀਐਂਟ ਨਾਲੋਂ ਘੱਟ ਖਤਰਨਾਕ ਹੈ। ਡੈਲਟਾ ਕਾਰਨ ਅਮਰੀਕਾ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਯੂਐਸ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਮੁੱਖ ਡਾਕਟਰੀ ਸਲਾਹਕਾਰ ਡਾਕਟਰ ਐਂਥਨੀ ਫਾਊਚੀ ਨੇ ਐਤਵਾਰ ਨੂੰ CNN ਦੇ ਸਟੇਟ ਆਫ ਦੀ ਯੂਨੀਅਨ ਪ੍ਰੋਗਰਾਮ ਨੂੰ ਦੱਸਿਆ ਕਿ ਵਿਗਿਆਨੀਆਂ ਨੂੰ ਓਮਿਕਰੌਨ ਦੀ ਗੰਭੀਰਤਾ ਬਾਰੇ ਸਿੱਟਾ ਕੱਢਣ ਤੋਂ ਪਹਿਲਾਂ ਹੋਰ ਜਾਣਕਾਰੀ ਇਕੱਠੀ ਕਰਨ ਦੀ ਲੋੜ ਹੈ। ਓਮਿਕਰੌਨ ਵੈਰੀਐਂਟ ਦਾ ਪਹਿਲਾ ਮਾਮਲਾ ਦੁਨੀਆ ਵਿੱਚ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਵਿੱਚ ਸਾਹਮਣੇ ਆਇਆ ਸੀ। ਦੱਖਣੀ ਅਫਰੀਕਾ ਤੋਂ ਪ੍ਰਾਪਤ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਦਰ ਤੇਜ਼ੀ ਨਾਲ ਵਧੀ ਹੈ। ਫਾਊਚੀ ਨੇ ਕਿਹਾ ਕਿ ਬਾਈਡਨ ਪ੍ਰਸ਼ਾਸਨ ਕਈ ਅਫਰੀਕੀ ਦੇਸ਼ਾਂ ਤੋਂ ਇੱਥੇ ਆਉਣ ਵਾਲੇ ਦੂਜੇ ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ਤੇ ਲਗਾਈਆਂ ਯਾਤਰਾ ਪਾਬੰਦੀਆਂ ਨੂੰ ਹਟਾਉਣ ਤੇ ਵਿਚਾਰ ਕਰ ਰਿਹਾ ਹੈ। ਖੇਤਰ ਵਿੱਚ ਓਮਿਕਰੌਨ ਵੈਰੀਐਂਟ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਹ ਪਾਬੰਦੀਆਂ ਲਗਾਈਆਂ
ਲਗਾਈਆਂ ਗਈਆਂ ਸਨ, ਪਰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਨੇ ਅਜਿਹੇ ਕਦਮਾਂ ਦੀ ਨਿੰਦਾ ਕੀਤੀ ਹੈ। ਫਾਊਚੀ ਨੇ ਕਿਹਾ, ਉਮੀਦ ਹੈ ਕਿ ਅਸੀਂ ਸਹੀ ਸਮੇਂ ਵਿੱਚ ਪਾਬੰਦੀਆਂ ਹਟਾ ਪਾਵਾਂਗੇ। ਸਿਰਫ ਦੱਖਣੀ ਅਫਰੀਕਾ ਹੀ ਨਹੀਂ, ਸਗੋਂ ਹੋਰ ਅਫਰੀਕੀ ਦੇਸ਼ਾਂ ਨੂੰ ਵੀ ਜਿਨ੍ਹਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ, ਸਾਨੂੰ ਇਸ ਦਾ ਬਹੁਤ ਬੁਰਾ ਲੱਗਦਾ ਹੈ। ਅਮਰੀਕਾ ਵਿੱਚ ਓਮਿਕਰੌਨ ਵੈਰੀਐਂਟ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਨੇ, ਪਰ ਕਰੋਨਾ ਵਾਇਰਸ ਦੇ ਜ਼ਿਆਦਾਤਰ ਮਾਮਲਿਆਂ ਦਾ ਕਾਰਨ ਡੈਲਟਾ ਵੈਰੀਐਂਟ ਹੈ। ਦੇਸ਼ ਵਿੱਚ 99% ਤੋਂ ਵੱਧ ਮਰੀਜ਼ ਡੈਲਟਾ ਨਾਲ ਸੰਕਰਮਿਤ ਨੇ। ਅਮਰੀਕਾ ਵਿੱਚ ਕੋਵਿਡ-19 ਨਾਲ ਹੁਣ ਤੱਕ 7,80,000 ਤੋਂ ਵੱਧ ਅਮਰੀਕੀਆਂ ਦੀ ਮੌਤ ਹੋ ਚੁੱਕੀ ਹੈ। ਅੰਤਰਰਾਸ਼ਟਰੀ ਉਡਾਣਾਂ ਤੇ ਪਾਬੰਦੀਆਂ ਅਤੇ ਹੋਰ ਕੋਵਿਡ-19 ਨਿਯਮਾਂ ਦੇ ਨਾਲ ਓਮਿਕਰੌਨ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਰੂਪ ਸੁਪਰ ਮਾਈਲਡ ਹੈ। ਡਾਕਟਰ ਐਂਜਲਿਕ ਨੇ ਦੱਖਣੀ ਅਫਰੀਕੀ ਮੈਡੀਕਲ ਐਸੋਸੀਏਸ਼ਨ ਨੇ ਖੋਜ ਕੀਤੀ ਹੈ ਕਿ ਨਵੇਂ ਵੈਰੀਐਂਟ ਦੇ ਲੱਛਣ ਡੈਲਟਾ ਵੈਰੀਐਂਟ ਵਾਂਗ ਖਤਰਨਾਕ ਨਹੀਂ ਹਨ। ਡਾਕਟਰ ਨੇ ਜ਼ੋਰ ਦੇ ਕੇ ਕਿਹਾ ਕਿ ਨਵੇਂ ਪਰਿਵਰਤਨ ਦੇ ਨਤੀਜੇ ਵਜੋਂ ਕੋਈ ਮੌਤ ਜਾਂ ਗੰਭੀਰ ਬਿਮਾਰੀ ਦੀ ਰਿਪੋਰਟ ਨਹੀਂ ਕੀਤੀ ਗਈ ਹੈ, ਜੋ ਇਹ ਦਰਸਾਉਂਦੀ ਹੈ ਕਿ ਇੰਨੀ ਗੰਭੀਰ ਸਮੱਸਿਆ ਨਹੀਂ ਹੈ ਜਿਵੇਂ ਕਿ ਕੁਝ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਸੁਝਾਅ ਦਿੱਤਾ ਹੈ। ਦੱਖਣੀ ਅਫਰੀਕਾ ਦੇ ਡਾਕਟਰਾਂ ਨੇ ਇਸ ਧਾਰਨਾ ਦਾ ਸਮਰਥਨ ਕੀਤਾ ਹੈ, ਇਹ ਦਾਅਵਾ ਕਰਦੇ ਹੋਏ ਕਿ ਉਹਨਾਂ ਨੇ ਹੁਣ ਤੱਕ ਦੇਖੇ ਗਏ ਜ਼ਿਆਦਾਤਰ ਓਮਿਕਰੌਨ ਰੂਪਾਂਤਰ ਗੰਭੀਰ ਦੀ ਬਜਾਏ ਹਲਕੇ ਹਨ। ਵਿਸ਼ਵ ਸਿਹਤ ਸੰਗਠਨ ਦੇ ਮਾਹਿਰਾਂ ਨੇ ਦੇਸ਼ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਯਾਤਰਾ ਪਾਬੰਦੀਆਂ ਨੂੰ ਲਾਗੂ ਨਾ ਕਰਨ, ਕਿਉਂਕਿ ਇਹ ਅਤਿਅੰਤ ਉਪਾਅ ਹਨ ਜੋ ਅਜਿਹੀਆਂ ਛੋਟੀਆਂ ਸਥਿਤੀਆਂ ਵਿੱਚ ਬੇਲੋੜੇ ਹਨ। WHO ਦੇ ਯੂਰਪ ਦੇ ਖੇਤਰੀ ਦਫ਼ਤਰ ਦੀ ਸੀਨੀਅਰ ਐਮਰਜੈਂਸੀ ਅਫਸਰ ਡਾਕਟਰ ਕੈਥਰੀਨ ਸਮਾਲਵੁੱਡ ਨੇ ਕਿਹਾ, ਇਸ ਕਿਸਮ ਦੇ ਦਖਲ ਟਿਕਾਊ ਨਹੀਂ ਹਨ। ਇਸ ਕਿਸਮ ਦੇ ਅਤਿਅੰਤ ਉਪਾਅ ਸਾਡੀ ਸਿਫਾਰਸ਼ਾਂ ਨਹੀਂ ਹਨ। ਇੱਕ ਹੋਰ WHO ਮਾਹਰ ਡਾਕਟਰ ਮਾਤਸ਼ੀਦੀਸੋ ਅਫਰੀਕੀ ਦੇ ਖੇਤਰੀ ਨਿਰਦੇਸ਼ਕਾਂ ਨੇ ਦੇਸ਼ਾਂ ਨੂੰ ਯਾਤਰਾ ਪਾਬੰਦੀਆਂ ਲਾਗੂ ਨਾ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਅੱਗੇ ਜ਼ੋਰ ਦੇ ਕੇ ਕਿਹਾ ਕਿ ਜਦ ਤੱਕ ਇਹ ਸੀਮਾਵਾਂ ਰੂਪਾਂਤਰ ਦੇ ਫੈਲਣ ਨੂੰ ਰੋਕਣ ਵਿੱਚ ਮਦਦ ਕਰ ਸਕਦੀਆਂ ਹਨ, ਇਹ ਲਾਗੂ ਕਰਨ ਦਾ ਮਹੱਤਵਪੂਰਨ ਨਕਾਰਾਤਮਕ ਅਤੇ ਅਲੱਗ-ਥਲੱਗ ਖੇਤਰਾਂ ਦੇ ਵਸਨੀਕਾਂ ਦੀ ਆਰਥਿਕਤਾ ਅਤੇ ਰੋਜ਼ੀ ਰੋਟੀ ਤੇ ਪ੍ਰਭਾਵ ਪੈ ਸਕਦਾ ਹੈ। ਰੂਸੀ ਰਾਸ਼ਟਰਪਤੀ ਪੁਤਿਨ ਦੀ ਯਾਤਰਾ ਦੌਰਾਨ ਦੋਵੇਂ ਦੇਸ਼ਾਂ 'ਚ 5,000 ਕਰੋੜ ਤੋਂ ਵੱਧ ਦੀ AK-203 ਅਸਾਲਟ ਰਾਈਫਲ ਸੌਦੇ ਤੇ ਮੁਹਰ ਲਗਾਉਣਗੇ। ਪੁਤਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਜ਼ਾਈਲ ਰੱਖਿਆ ਪ੍ਰਣਾਲੀ S-400 ਦਾ ਮਾਡਲ ਪੇਸ਼ ਕਰਨਗੇ। ਰੂਸ ਵੱਲੋਂ ਭਾਰਤ ਨੂੰ ਇਸ ਰੱਖਿਆ ਪ੍ਰਣਾਲੀ ਦੀ ਸਪਲਾਈ ਦੇ ਪ੍ਰਤੀਕ ਵਜੋਂ ਇਹ ਮਾਡਲ ਸੌਂਪਿਆ ਜਾਏਗਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯਾਨੀ ਕਿ 6 ਦਸੰਬਰ ਤੋਂ ਭਾਰਤ ਦੇ ਦੌਰੇ ਤੇ ਨੇ। ਇਸ ਤੋਂ ਪਹਿਲਾਂ ਭਾਰਤ ਨੂੰ ਬਹੁਪੱਖੀ ਸੰਸਾਰ ਦੇ ਕਈ ਪ੍ਰਮਾਣਕ ਕੇਂਦਰਾਂ ਵਿੱਚੋਂ ਇੱਕ ਦੱਸਦਿਆਂ ਉਹਨਾਂ ਨੇ ਕਿਹਾ ਕਿ ਵਿਦੇਸ਼ ਨੀਤੀ ਸੰਬੰਧੀ ਭਾਰਤ ਦੀ ਆਪਣੀ ਸੋਚ ਅਤੇ ਤਰਜੀਹਾਂ ਹਨ ਜੋ ਸਾਡੀ ਸੋਚ ਨਾਲ ਮੇਲ ਖਾਂਦੀਆਂ ਨੇ। ਆਪਣੀ ਭਾਰਤ ਫੇਰੀ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਮੁਲਾਕਾਤ ਦੌਰਾਨ ਦੋਵੇਂ ਦੇਸ਼ਾਂ ਦੇ ਵਿਸ਼ੇਸ਼ ਅਧਿਕਾਰ ਪ੍ਰਾਪਤ ਸੰਬੰਧਾਂ ਨੂੰ ਅਤੇ ਅੱਗੇ ਲਿਜਾਣ ਲਈ ਵੱਡੇ ਪੱਧਰ ਤੇ ਸ਼ੁਰੂਆਤ ਕਰਨ ਲਈ ਗੱਲਬਾਤ ਕਰਨਗੇ ਅਤੇ ਇਹ ਸਾਂਝੇਦਾਰੀ ਦੋਵਾਂ ਦੇਸ਼ਾਂ ਲਈ ਲਾਹੇਵੰਦ ਹੋਏਗੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 21ਵੀਂ ਭਾਰਤ ਰੂਸ ਸਾਲਾਨਾ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਭਾਰਤ ਪਹੁੰਚੇ। ਦੁਨੀਆ ਦੀਆਂ ਨਜ਼ਰਾਂ ਹੈਦਰਾਬਾਦ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੁਤਿਨ ਵਿਚਾਲੇ ਸ਼ਾਮ ਨੂੰ ਹੋਣ ਵਾਲੀ ਮੁਲਾਕਾਤ ਤੇ ਵੀ ਟਿਕੀਆਂ ਸਨ। ਭਾਰਤ ਪ੍ਰਸ਼ਾਂਤ ਖੇਤਰ, ਕਵਾੜ ਅਤੇ ਅਫਗਾਨਿਸਤਾਨ ਤੇ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਮਤਭੇਦ ਅਤੇ ਚੀਨ ਭਾਰਤ ਤਣਾਅ ਵਿਚਾਲੇ ਪੁਤਿਨ ਦੇ ਦੌਰੇ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ। ਪੁਤਿਨ ਦੇ ਦੌਰੇ ਦੌਰਾਨ ਕਈ ਵੱਡੇ ਰੱਖਿਆ ਸੌਦਿਆਂ ਤੇ ਦਸਤਖਤ ਕੀਤੇ ਜਾਣਗੇ। ਦੋਵਾਂ ਦੇਸ਼ਾਂ ਵਿਚਾਲੇ ਅਗਲੇ 10 ਸਾਲਾਂ ਤੱਕ ਰੱਖਿਆ ਸਹਿਯੋਗ ਜਾਰੀ ਰੱਖਣ ਤੇ ਮੋਹਰ ਲੱਗੇਗੀ ਅਤੇ ਇਸ ਲਈ ਇੱਕ ਢਾਂਚਾ ਵੀ ਹੋਏਗਾ। ਰੱਖਿਆ ਸਹਿਯੋਗ ਲੌਜਿਸਟਿਕਸ ਸਮਝੌਤੇ ਦੇ ਪਰਸਪਰ ਵਟਾਂਦਰੇ ਤੇ ਵੀ ਸਹਿਮਤ ਹੋਏਗੀ। ਇਸ ਤੋਂ ਇਲਾਵਾ ਸੱਤਾ ਤੋਂ ਹਵਾ 'ਚ ਮਾਰ ਕਰਨ ਵਾਲੀ ਨਵੀਨਤਮ ਮਿਜ਼ਾਈਲ ਪ੍ਰਣਾਲੀ ਇਗਲਾ ਐਸ ਸ਼ੋਲਡਰ ਫਾਇਰਡ ਮਿਜ਼ਾਈਲ ਸੌਦੇ ਤੇ ਵੀ ਚਰਚਾ ਕੀਤੀ ਜਾਏਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਵਗਾਚੀ ਨੇ ਕਿਹਾ ਕਿ ਗੱਲਬਾਤ ਸੋਮਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗਾ ਵਿਚਾਲੇ ਮੁਲਾਕਾਤ ਨਾਲ ਵੀ ਸ਼ੁਰੂ ਹੋਏਗੀ। ਬ੍ਰਿਟੇਨ ਦੀ ਸਿਹਤ ਸੁਰੱਖਿਆ ਏਜੰਸੀ ਅਨੁਸਾਰ ਬ੍ਰਿਟੇਨ ਵਿੱਚ ਕੋਰੋਨਾ ਦੇ ਨਵੇਂ ਸਰੂਪ ਓਮਿਕਰੌਨ ਦੇ 86 ਨਵੇਂ ਕੇਸ ਸਾਹਮਣੇ ਆਏ ਨੇ। ਇਸ ਤਰ੍ਹਾਂ ਬ੍ਰਿਟੇਨ ਵਿੱਚ ਓਮਿਕਰੌਨ ਦੇ ਕੁੱਲ 246 ਕੇਸਾਂ ਦੀ ਪਛਾਣ ਹੋ ਚੁੱਕੀ ਹੈ, ਪਰ ਇੰਗਲੈਂਡ ਵਿੱਚ ਕੋਰੋਨਾ ਦੀ ਲਾਗ ਦੇ 99% ਤੋਂ ਵੱਧ ਕੇਸ ਅਜੇ ਵੀ ਡੈਲਟਾ ਨਾਲ ਸੰਬੰਧਿਤ ਨੇ। ਸਕਾਟਲੈਂਡ ਵਿੱਚ 16 ਹੋਰ ਮਾਮਲੇ ਸਾਹਮਣੇ ਆਉਣ ਨਾਲ ਨਵੇਂ ਫਾਰਮ ਨਾਲ ਸੰਬੰਧਿਤ ਮਾਮਲਿਆਂ ਦੀ ਗਿਣਤੀ 29 ਹੋ ਗਈ ਹੈ। ਵੇਲਜ਼ ਵਿੱਚ ਇੱਕ ਮਾਮਲਾ ਸਾਹਮਣੇ ਵੀ ਆਇਆ ਹੈ।
ਦਿੱਲੀ ਤੋਂ ਅਮਰੀਕਾ ਜਾ ਰਹੇ 에ਅਰ ਇੰਡੀਆ ਦੇ ਜਹਾਜ਼ ਵਿੱਚ ਇੱਕ ਪੈਸੇਂਜਰ ਦੀ ਯਾਤਰਾ ਦੌਰਾਨ ਮੌਤ ਹੋਣ ਦੀ ਖਬਰ ਸਾਹਮਣੇ ਆਈ। ਇਸ ਹਾਦਸੇ ਤੋਂ ਬਾਅਦ ਫਲਾਈਟ ਨੂੰ ਵਾਪਸ ਰਾਜਧਾਨੀ ਲਿਆਂਦਾ ਗਿਆ। ਦਿੱਲੀ 에ਅਰਪੋਰਟ ਤੋਂ ਉਡਾਣ ਭਰਨ ਦੇ 3 ਘੰਟਿਆਂ ਬਾਅਦ ਜਹਾਜ਼ ਵਾਪਸ ਪਰਤ ਆਇਆ। 에ਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਫਲਾਈਟ ਦਿੱਲੀ ਤੋਂ ਅਮਰੀਕਾ ਦੇ ਨਿਊਯਾਰਕ ਜਾ ਰਹੀ ਸੀ। ਫਲਾਈਟ ਦੇ ਉਡਾਣ ਭਰਨ ਤੋਂ 3 ਘੰਟਿਆਂ ਬਾਅਦ ਜਹਾਜ਼ ਵਿੱਚ ਮੈਡੀਕਲ ਐਮਰਜੈਂਸੀ ਸਾਹਮਣੇ ਆਈ। 에ਅਰਪੋਰਟ ਦੇ ਡਾਕਟਰਾਂ ਦੀ ਇੱਕ ਟੀਮ ਜਹਾਜ਼ ਵਿੱਚ ਪਹੁੰਚੀ। ਪੂਰੀ ਸਾਵਧਾਨੀ ਨਾਲ ਜਾਂਚ ਕਰਨ ਤੋਂ ਬਾਅਦ ਪੈਸੇਂਜਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੈਸੇਂਜਰ ਅਮਰੀਕੀ ਨਾਗਰਿਕ ਸੀ। ਉਹ ਆਪਣੀ ਪਤਨੀ ਨਾਲ ਟਰੈਵਲ ਕਰ ਰਿਹਾ ਸੀ। ਅਧਿਕਾਰੀ ਨੇ ਕਿਹਾ ਇਸ ਜਹਾਜ਼ ਦੇ ਨਵੇਂ ਚਾਲਕ ਦਲ ਦੇ ਮੈਂਬਰਾਂ ਨਾਲ ਸ਼ਾਮ 4 ਵਜੇ ਦੇ ਕਰੀਬ ਉਡਾਣ ਭਰਨ ਦੀ ਉਮੀਦ ਸੀ। ਇਸ ਦੇ ਨਾਲ ਹੀ ਅਗਲੇਰੀ ਕਾਨੂੰਨੀ ਕਾਰਵਾਈ ਲਈ ਪੂਰੇ ਮਾਮਲੇ ਦੀ ਰਿਪੋਰਟ 에ਅਰਪੋਰਟ ਪੁਲਿਸ ਨੂੰ ਦੇ ਦਿੱਤੀ ਗਈ ਹੈ। ਲੋਵੇ ਇੰਸਟੀਚਿਊਟ ਏਸ਼ੀਆ ਪਾਵਰ ਇੰਡੈਕਸ 2021 ਦੇ ਅਨੁਸਾਰ ਇੰਡੀਆ ਏਸ਼ੀਆ ਵਿੱਚ ਚੌਥਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ। ਸਾਲਾਨਾ ਏਸ਼ੀਆ ਪਾਵਰ ਇੰਡੈਕਸ ਲੋਵੇ ਇੰਸਟੀਚਿਊਟ ਦੁਆਰਾ 2018 ਵਿੱਚ ਸ਼ੁਰੂ ਕੀਤਾ ਗਿਆ। ਏਸ਼ੀਆ ਵਿੱਚ ਸੂਬਿਆਂ ਦੀ ਸਾਪੇਖਿਕ ਸ਼ਕਤੀ ਨੂੰ ਦਰਜਾ ਦੇਣ ਲਈ ਸਰੋਤਾਂ ਤੇ ਪ੍ਰਭਾਵਾਂ ਨੂੰ ਮਾਪਦਾ ਹੈ। ਪ੍ਰੋਜੈਕਟ ਬਿਜਲੀ ਦੀ ਮੌਜੂਦਾ ਵੰਡ ਦਾ ਨਕਸ਼ਾ ਬਣਾਉਂਦਾ ਹੈ, ਜਿਵੇਂ ਕਿ ਇਹ ਅੱਜ ਖੜਾ ਹੈ ਤੇ ਸਮੇਂ ਦੇ ਨਾਲ ਸ਼ਕਤੀ ਦੇ ਸੰਤੁਲਨ ਵਿੱਚ ਤਬਦੀਲੀਆਂ ਨੂੰ ਟਰੈਕ ਕਰਦਾ ਹੈ। ਲੋਵੇ ਇੰਸਟੀਚਿਊਟ ਦਾ 2018 ਏਸ਼ੀਆ ਪਾਵਰ ਇੰਡੈਕਸ ਏਸ਼ੀਆ ਵਿੱਚ ਸੰਬੰਧਿਤ ਸ਼ਕਤੀ ਨੂੰ ਦਰਜਾ ਦੇਣ ਲਈ ਪ੍ਰਭਾਵ ਅਤੇ ਸਰੋਤਾਂ ਨੂੰ ਮਾਪਦਾ ਹੈ। ਪ੍ਰੋਜੈਕਟ ਬਿਜਲੀ ਦੀ ਮੌਜੂਦਾ ਵੰਡ ਦਾ ਨਕਸ਼ਾ ਬਣਾਉਂਦਾ ਹੈ ਅਤੇ ਸਾਲਾਂ ਦੌਰਾਨ ਸ਼ਕਤੀ ਦੇ ਸੰਤੁਲਨ ਵਿੱਚ ਤਬਦੀਲੀਆਂ ਨੂੰ ਟਰੈਕ ਕਰਦਾ ਹੈ। ਭਾਰਤ ਨੂੰ ਏਸ਼ੀਆ ਦਾ ਮੱਧ ਸ਼ਕਤੀ ਦਾ ਦਰਜਾ ਦਿੱਤਾ ਗਿਆ ਹੈ। ਭਾਰਤ ਏਸ਼ੀਆ ਦਾ ਚੌਥਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ ਅਤੇ 2021 ਵਿੱਚ ਇੱਕ ਵਾਰ ਫਿਰ ਵੱਡੀ ਤਾਕਤ ਲਈ ਥ੍ਰੈਸ਼ਹੋਲਡ ਤੋਂ ਘਟ ਜਾਏਗਾ। 2020 ਦੇ ਮੁਕਾਬਲੇ ਇਸ ਦਾ ਸਮੁੱਚਾ ਸਕੋਰ 2 ਅੰਕ ਘਟ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਖੇਤਰ ਦੇ 18 ਦੇਸ਼ਾਂ ਵਿੱਚੋਂ ਇੱਕ ਹੈ ਜੋ 2021 ਤੱਕ ਆਪਣੇ ਸਮੁੱਚੇ ਸਕੋਰ ਵਿੱਚ ਗਿਰਾਵਟ ਦੇਖੇਗਾ। ਦੇਸ਼ ਭਵਿੱਖ ਦੇ ਸਰੋਤ ਮਾਪਦੰਡਾਂ ਵਿੱਚ ਚੀਨ ਅਤੇ ਯੂਐਸ ਤੋਂ ਬਿਲਕੁਲ ਪਿੱਛੇ ਦੂਜੇ ਨੰਬਰ ਤੇ ਹੈ। ਲੋਵੇ ਇੰਸਟੀਚਿਊਟ ਨੇ ਕਿਹਾ ਕਿ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਦੇ ਵਿਕਾਸ ਸੰਭਾਵਨਾ ਵਿੱਚ ਗਿਰਾਵਟ ਮੁੱਖ ਤੌਰ ਤੇ ਕਰੋਨਾ ਵਾਇਰਸ ਮਹਾਮਾਰੀ ਦੇ ਕਾਰਨ 2030 ਲਈ ਘੱਟ ਆਰਥਿਕ ਪੂਰਵ ਅਨੁਮਾਨ ਦੇ ਨਤੀਜੇ ਵਜੋਂ ਹੋਈ ਹੈ। ਭਾਰਤ 4 ਹੋਰ ਉਪਮਾਵਾਂ ਵਿੱਚ ਚੌਥੇ ਨੰਬਰ ਤੇ ਹੈ, ਜਿਸ ਵਿੱਚ ਫੌਜੀ ਸਮਰੱਥਾ, ਆਰਥਿਕ ਸਮਰੱਥਾ, ਲਚਕੀਲਾਪਨ ਅਤੇ ਸੱਭਿਆਚਾਰਕ ਪ੍ਰਭਾਵ ਸ਼ਾਮਲ ਨੇ। ਭਾਰਤ ਜਦੋਂ ਆਪਣੇ 2 ਸਭ ਤੋਂ ਕਮਜ਼ੋਰ ਉਪਮਾਵਾਂ ਦੀ ਗੱਲ ਕਰਦਾ ਹੈ ਤਾਂ ਉਲਟ ਦਿਸ਼ਾਵਾਂ ਵੱਲ ਵੱਧ ਰਿਹਾ ਹੈ। ਇਹ ਆਪਣੇ ਰੱਖਿਆ ਨੈਟਵਰਕਾਂ ਵਿੱਚ ਅਜੇ ਵੀ 7ਵੇਂ ਸਥਾਨ ਤੇ ਹੈ। ਇਹ ਖੇਤਰੀ ਰੱਖਿਆ ਕੂਟਨੀਤੀ ਵਿੱਚ ਇਸ ਦੀ ਪ੍ਰਗਤੀ ਦਾ ਪ੍ਰਤੀਬਿੰਬ ਹੈ, ਖਾਸ ਤੌਰ ਤੇ ਚਤੁਰਭੁਜ ਸੁਰੱਖਿਆ ਸੰਵਾਦ ਜਿਸ ਵਿੱਚ ਆਸਟ੍ਰੇਲੀਆ ਅਤੇ ਜਾਪਾਨ ਸ਼ਾਮਲ ਨੇ। ਲੋਵੇ ਇੰਸਟੀਚਿਊਟ ਨੇ ਕਿਹਾ ਕਿ ਭਾਰਤ ਆਰਥਿਕ ਸੰਬੰਧਾਂ ਲਈ 8ਵੇਂ ਸਥਾਨ ਤੇ ਆ ਗਿਆ ਕਿਉਂਕਿ ਇਹ ਖੇਤਰੀ ਵਪਾਰ ਏਕੀਕਰਨ ਯਤਨਾਂ ਵਿੱਚ ਲਗਾਤਾਰ ਪਛੜ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੋਂ ਇੱਕ ਖਬਰ ਆਈ ਹੈ। ਇੱਥੇ ਇੱਕ ਪਾਕਿਸਤਾਨੀ ਔਰਤ ਨੇ ਬੇਟੇ ਨੂੰ ਜਨਮ ਦਿੱਤਾ ਜਿਸ ਦਾ ਨਾਮ ਬਾਰਡਰ ਰੱਖਿਆ ਗਿਆ। ਬੇਟੇ ਦਾ ਜਨਮ 2 ਦਸੰਬਰ ਨੂੰ ਅਟਾਰੀ ਬਾਰਡਰ ਤੇ ਹੋਇਆ ਸੀ। ਔਰਤ ਅਤੇ ਉਸ ਦਾ ਪਤੀ ਪਿਛਲੇ 71 ਦਿਨਾਂ ਤੋਂ 97 ਹੋਰ ਪਾਕਿਸਤਾਨੀ ਨਾਗਰਿਕਾਂ ਦੇ ਨਾਲ ਅਟਾਰੀ ਸਰਹੱਦ ਤੇ ਫਸੇ ਹੋਏ ਨੇ। ਔਰਤ ਦਾ ਨਾਮ ਨਿੰਬੂ ਬਾਈ ਹੈ ਜਦਕਿ ਪਤੀ ਦਾ ਨਾਮ ਬਲਰਾਮ ਰਾਮ ਹੈ। ਉਹ ਪੰਜਾਬ ਸੂਬੇ ਦੇ ਰਾਜਨਪੁਰ ਜ਼ਿਲ੍ਹੇ ਦੇ ਵਸਨੀਕ ਨੇ। ਦੋਵਾਂ ਨੇ ਦੱਸਿਆ ਕਿ ਬੱਚੇ ਦਾ ਨਾਮ ਬਾਰਡਰ ਰੱਖਿਆ ਗਿਆ ਕਿਉਂਕਿ ਉਹ ਭਾਰਤ ਪਾਕਿਸਤਾਨ ਸਰਹੱਦ ਤੇ ਪੈਦਾ ਹੋਇਆ ਸੀ। ਨਿੰਬੂ ਬਾਈ ਗਰਭਵਤੀ ਸੀ ਅਤੇ 2 ਦਸੰਬਰ ਨੂੰ ਉਸ ਨੂੰ ਜਣੇਪੇ ਹੋ ਗਏ। ਪੰਜਾਬ ਦੇ ਨੇੜਲੇ ਪਿੰਡਾਂ ਦੀਆਂ ਕੁਝ ਔਰਤਾਂ ਨਿੰਬੂ ਬਾਈ ਦੀ ਮਦਦ ਲਈ ਆਈਆਂ। ਸਥਾਨਕ ਲੋਕਾਂ ਨੇ ਹੋਰ ਸਹਾਇਤਾ ਪ੍ਰਦਾਨ ਕਰਨ ਤੋਂ ਇਲਾਵਾ ਡਾਕਟਰੀ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ। ਬਾਲਮ ਰਾਮ ਨੇ ਦੱਸਿਆ ਕਿ ਉਹ ਲਾਕਡਾਊਨ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਇਲਾਵਾ ਤੀਰਥ ਯਾਤਰਾ ਲਈ ਭਾਰਤ ਆਇਆ ਸੀ। ਉਹ ਅਤੇ 98 ਹੋਰ ਨਾਗਰਿਕ ਜ਼ਰੂਰੀ ਦਸਤਾਵੇਜ਼ਾਂ ਦੀ ਘਾਟ ਕਾਰਨ ਘਰ ਨਹੀਂ ਪਰਤ ਸਕੇ। ਅਟਾਰੀ ਸਰਹੱਦ ਤੇ ਫਸੇ ਇਹਨਾਂ 'ਚ 47 ਬੱਚੇ ਸ਼ਾਮਲ ਨੇ, ਜਿਨ੍ਹਾਂ 'ਚੋਂ 6 ਦਾ ਜਨਮ ਭਾਰਤ 'ਚ ਹੋਇਆ ਸੀ ਅਤੇ ਉਹਨਾਂ ਦੀ ਉਮਰ 1 ਸਾਲ ਤੋਂ ਘੱਟ ਹੈ। ਬਾਲਮ ਰਾਮ ਤੋਂ ਇਲਾਵਾ ਇੱਕ ਹੋਰ ਪਾਕਿਸਤਾਨੀ ਨਾਗਰਿਕ ਲਾਗਿਆ ਰਾਮ ਨੇ ਆਪਣੇ ਪੁੱਤਰ ਦਾ ਨਾਮ ਭਾਰਤ ਰੱਖਿਆ ਕਿਉਂਕਿ ਉਹ 2020 ਵਿੱਚ ਜੋਧਪੁਰ ਵਿੱਚ ਪੈਦਾ ਹੋਇਆ ਸੀ। ਲਾਗਿਆ ਜੋਧਪੁਰ ਆਪਣੇ ਭਰਾ ਨੂੰ ਮਿਲਣ ਆਇਆ ਸੀ ਪਰ ਫਿਰ ਸਰਹੱਦ ਪਾਰ ਨਹੀਂ ਕਰ ਸਕਿਆ। ਇਹ ਪਰਿਵਾਰ ਵੀ ਟੈਂਟਾਂ ਵਿੱਚ ਰਹਿੰਦਾ ਹੈ। ਮੋਹਨ ਅਤੇ ਸੁੰਦਰ ਦਾਸ ਹੋਰ ਫਸੇ ਹੋਏ ਪਾਕਿਸਤਾਨੀਆਂ ਵਿੱਚੋਂ ਵੀ ਹਨ ਜਿਨ੍ਹਾਂ ਨੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਪਾਕਿਸਤਾਨੀ ਸਰਹੱਦ ਪਾਰ ਕਰਨ ਦੀ ਆਗਿਆ ਦਿੱਤੀ ਜਾਏ। ਇਹ ਲੋਕ ਰਹੀਮ ਯਾਰ ਖਾਨ ਅਤੇ ਰਾਜਨਪੁਰ ਸਮੇਤ ਪਾਕਿਸਤਾਨ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਨੇ। ਫਿਲਹਾਲ ਉਹ ਅਟਾਰੀ ਬਾਰਡਰ ਤੇ ਟੈਂਟ 'ਚ ਰਹਿ ਰਹੇ ਨੇ ਕਿਉਂਕਿ ਪਾਕਿਸਤਾਨੀ ਰੇਂਜਰਾਂ ਨੇ ਉਹਨਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਅਟਾਰੀ ਇੰਟਰਨੈਸ਼ਨਲ ਚੌਂਕੀ ਨੇੜੇ ਪਾਰਕਿੰਗ ਵਿੱਚ ਡੇਰੇ ਲਾਏ ਹੋਏ ਨੇ। ਸਥਾਨਕ ਲੋਕ ਉਹਨਾਂ ਨੂੰ ਦਿਨ ਵਿੱਚ 3 ਵਾਰ ਖਾਣਾ, ਦਵਾਈਆਂ ਤੇ ਕੱਪੜੇ ਮੁਹੱਈਆ ਕਰਵਾ ਰਹੇ ਹਨ। ਇਟਲੀ ਦੇ ਭਾਰਤੀ ਬੱਚੇ ਵਿਦਿਅਕ ਖੇਤਰਾਂ ਵਿੱਚ ਇਟਾਲੀਅਨ ਬੱਚਿਆਂ ਸਣੇ ਹੋਰ ਦੇਸ਼ਾਂ ਦੇ ਬੱਚਿਆਂ ਨੂੰ ਜਿਸ ਨੂੰ ਰਫ਼ਤਾਰ ਨਾਲ ਪਛਾੜਦੇ ਹੋਏ ਕਾਮਯਾਬੀ ਦੀ ਟੀਸੀ ਵੱਲ ਤੁਰੇ ਜਾ ਰਹੇ ਨੇ।
ਉਹ ਕਾਬਲੇ ਤਾਰੀਫ ਤਾਂ ਹੈ ਹੀ, ਪਰ ਨਾਲ ਹੀ ਇਹ ਗੱਲ ਵੀ ਸਿੱਧ ਕਰਦੇ ਨੇ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਇਟਲੀ ਦੇ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ 'ਚ ਵੀ ਭਾਰਤੀ ਉਚੇਚਾ ਯੋਗਦਾਨ ਪਾਉਣਗੇ। ਤੁਹਾਨੂੰ ਅਜਿਹੇ ਵਿਦਿਆਰਥੀ ਬਾਰੇ ਦੱਸਦੇ ਹਾਂ ਜਿਸ ਨੇ ਇਟਲੀ ਦੇ ਸੂਬੇ ਤਸਕਾਨਾ ਦੇ ਫਿਰੈਸ਼ੇ ਦੇ 5 ਸ਼ਹਿਰਾਂ ਵਿੱਚੋਂ ਪੜ੍ਹਾਈ ਵਿੱਚ ਅੱਵਲ ਆ ਕੇ ਵਿਸ਼ੇਸ਼ ਸਕਾਲਰਸ਼ਿਪ ਅਵਾਰਡ ਜਿੱਤਿਆ। ਇਹ ਪੰਜਾਬ ਦੀ ਦੁਲਾਰੀ ਧੀ ਹਰਮਨਪ੍ਰੀਤ ਕੌਰ, ਪੁੱਤਰੀ ਸੁਖਵਿੰਦਰ ਸਿੰਘ ਤੇ ਹਰਵਿੰਦਰ ਕੌਰ, ਜਿਹੜੀ ਕਿ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਦੇ ਪਿੰਡ ਅਮਰਗੜ੍ਹ ਦੀ ਜੰਪਲ ਹੈ। ਇਸ ਦੀ ਰਾਣੀ ਨੇ ਫੈਚਕਿਊ ਸ਼ਹਿਰ ਦੇ KK ਇੰਸਟੀਚਿਊਟ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ 99% ਨੰਬਰ ਲੈ ਕੇ ਕੀਤੀ ਹੈ ਤੇ ਫਿਰਾਂਸ ਜ਼ਿਲ੍ਹੇ ਦੇ 5 ਸ਼ਹਿਰਾਂ ਦੇ ਵਿਦਿਆਰਥੀਆਂ ਵਿੱਚ ਅੱਵਲ ਆ ਕੇ ਮਾਪਿਆਂ ਸਮੇਤ ਦੇਸ਼ ਤੇ ਭਾਰਤੀ ਭਾਈਚਾਰੇ ਲਈ ਮਾਣ ਦਾ ਸਬੱਬ ਬਣੀ ਹੈ। ਹਰਮਨਪ੍ਰੀਤ ਕੌਰ ਦੀ ਕਾਬਲੀਅਤ ਦੀ ਬਦੌਲਤ ਹੀ 5 ਸ਼ਹਿਰਾਂ ਦੇ ਨਗਰ ਕੌਂਸਲ ਮੇਅਰ ਵੱਲੋਂ 7500 ਯੂਰੋ ਦਾ ਵਿਸ਼ੇਸ਼ ਸਕਾਲਰਸ਼ਿਪ ਅਵਾਰਡ ਉਸ ਨੂੰ ਇਨਾਮ ਵਜੋਂ ਦਿੱਤਾ ਹੈ ਤਾਂ ਜੋ ਆਪਣੀ ਫਾਰਮੇਸੀ ਦੀ ਪੜ੍ਹਾਈ ਪੂਰੀ ਕਰ ਸਕੇ। ਹਰਮਨਪ੍ਰੀਤ ਕੌਰ ਪਹਿਲੀ ਅਜਿਹੀ ਪੰਜਾਬਣ ਹੈ ਜਿਸ ਨੇ ਇਹ ਸਕਾਲਰਸ਼ਿਪ ਅਵਾਰਡ ਜਿੱਤਿਆ ਹੈ, ਜਿਸ ਲਈ ਉਸ ਨੂੰ ਉਸ ਦੇ ਮਾਪਿਆਂ ਨੂੰ ਵਿਸ਼ੇਸ਼ ਮੁਬਾਰਕਬਾਦ ਮਿਲ ਰਹੀ ਹੈ। ਕਾਂਗਰਸ ਛੱਡ ਕੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਕੇ 2022 ਦੇ ਚੋਣ ਦੰਗਲ ਦੀ ਤਿਆਰੀ ਕਰ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਸੈਕਟਰ 9 ਵਿੱਚ ਪਾਰਟੀ ਦੇ ਦਫ਼ਤਰ ਦਾ ਸ਼ੁਭ ਆਰੰਭ ਕਰਨਗੇ। ਕੈਪਟਨ ਹੁਣ ਇਸੇ ਦਫ਼ਤਰ ਤੋਂ ਆਪਣੀਆਂ ਸਿਆਸੀ ਗਤੀਵਿਧੀਆਂ ਚਲਾਉਣਗੇ। ਪਾਰਟੀ ਦਫ਼ਤਰ ਦੇ ਸ਼ੁਭ ਆਰੰਭ ਤੋਂ ਬਾਅਦ ਅਧਿਕਾਰਤ ਰੂਪ ਵਿੱਚ ਰਾਜਨੀਤੀ 'ਚ ਸਰਗਰਮੀ ਬਿਤਾਉਣਗੇ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਜਦੋਂ ਕੈਪਟਨ ਆਪਣੇ ਦਫ਼ਤਰ ਦਾ ਸ਼ੁਭ ਆਰੰਭ ਕਰਨਗੇ ਤਾਂ ਉਹਨਾਂ ਦੇ ਨਾਲ ਕਿਹੜੇ ਸਿਆਸੀ ਚਿਹਰੇ ਹੋਣਗੇ ਕਿ ਉਹਨਾਂ ਦੀ ਪਤਨੀ ਤੇ ਪਟਿਆਲਾ ਦੀ ਸੰਸਦ ਮੈਂਬਰ ਪਰਨੀਤ ਕੌਰ ਵੀ ਇਸ ਮੌਕੇ ਤੇ ਮੌਜੂਦ ਹੋਏਗੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਕਈ ਆਗੂਆਂ ਨੂੰ ਆਪਣੀ ਪਾਰਟੀ ਵਿੱਚ ਲਿਆਉਣ ਦਾ ਦਾਅਵਾ ਤਾਂ ਕਰ ਚੁੱਕੇ ਨੇ, ਪਰ ਦੇਖਣਾ ਹੁਣ ਇਹ ਹੋਏਗਾ ਕਿ ਉਹਨਾਂ ਦੀ ਨਵੀਂ ਸਿਆਸੀ ਪਾਰਟੀ ਦੀ ਓਪਨਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ। ਕੈਪਟਨ ਦੇ ਦਾਅਵਿਆਂ ਦੇ ਉਲਟ ਹਾਲੇ ਤੱਕ ਕੋਈ ਵੀ ਵੱਡਾ ਚਿਹਰਾ ਕੈਪਟਨ ਨਾਲ ਖੜਾ ਨਜ਼ਰ ਨਹੀਂ ਆ ਰਿਹਾ। ਉਹ ਦੇਖਣਾ ਹੋਏਗਾ ਕਿ ਕੱਲ ਉਹਨਾਂ ਦੇ ਦਫ਼ਤਰ ਦੇ ਸ਼ੁਭ ਆਰੰਭ ਮੌਕੇ ਕੀ ਉਹਨਾਂ ਦੀ ਪਤਨੀ ਨਾਲ ਖੜੀ ਨਜ਼ਰ ਆਏਗੀ। ਹਾਲਾਂਕਿ ਕਈ ਮੌਕਿਆਂ ਤੇ ਪਰਨੀਤ ਕੌਰ ਕੈਪਟਨ ਨਾਲ ਖੜੇ ਹੋਣ ਦਾ ਸੰਕੇਤ ਦੇ ਚੁੱਕੀ ਹੈ। ਇਹੀ ਕਾਰਨ ਹੈ ਕਿ ਪਾਰਟੀ ਦੇ ਸਕੱਤਰ ਤੇ ਪ੍ਰਦੇਸ਼ ਇੰਚਾਰਜ ਹਰੀਸ਼ ਚੌਧਰੀ ਨੇ ਪਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ। ਹਾਲਾਂਕਿ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਪਰਨੀਤ ਨੇ ਇਸ ਨੋਟਿਸ ਦਾ ਜਵਾਬ ਦਿੱਤਾ ਹੈ ਜਾਂ ਨਹੀਂ। ਉੱਥੇ ਕਾਂਗਰਸ ਦੇ ਨਜ਼ਦੀਕੀ ਇਹ ਕਹਿ ਰਹੇ ਨੇ ਕਿ ਜਦੋਂ ਤੱਕ ਰਾਜ ਵਿੱਚ ਚੋਣ ਜ਼ਾਬਤਾ ਲਾਗੂ ਨਹੀਂ ਹੋ ਜਾਂਦਾ ਤਦ ਤੱਕ ਸਹੀ ਤਸਵੀਰ ਉੱਭਰ ਕੇ ਸਾਹਮਣੇ ਨਹੀਂ ਆਏਗੀ। ਇਹੀ ਕਾਰਨ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਪਰਨੀਤ ਕੌਰ ਕੱਲ ਕੈਪਟਨ ਦੇ ਦਫ਼ਤਰ ਦੇ ਉਦਘਾਟਨ ਮੌਕੇ ਮੌਜੂਦ ਨਾ ਹੋਣ, ਜਿਸ ਦੇ ਪਿੱਛੇ ਇਹ ਵੀ ਤਰਕ ਦਿੱਤਾ ਜਾ ਰਿਹਾ ਹੈ ਕਿ ਕਿਉਂਕਿ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਇਸ ਲਈ ਉਹ ਸੰਸਦ ਵਿੱਚ ਹੋਏਗੇ। ਉੱਥੇ ਕੈਪਟਨ ਦੀ ਅਗਲੇ 3-4 ਦਿਨਾਂ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਵੀ ਹੋਣ ਜਾ ਰਹੀ ਹੈ। ਬੀਤੇ ਕੱਲ ਵੀ ਅਮਿਤ ਸ਼ਾਹ ਨੇ ਇਹ ਕਹਿ ਦਿੱਤਾ ਸੀ ਕਿ ਗੱਠਜੋੜ ਲੈ ਕੇ ਉਹਨਾਂ ਦੀ ਕੈਪਟਨ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨਾਲ ਗੱਲਬਾਤ ਚੱਲ ਰਹੀ ਹੈ। ਕੈਪਟਨ ਅਤੇ ਅਮਿਤ ਸ਼ਾਹ ਦੀ ਮੀਟਿੰਗ ਪਹਿਲਾਂ 4 ਦਸੰਬਰ ਨੂੰ ਤੈਅ ਹੋਈ ਸੀ, ਪਰ ਬਾਅਦ ਵਿੱਚ ਇਸ ਨੂੰ ਟਾਲ ਦਿੱਤਾ ਗਿਆ। ਹੁਣ ਦੇਖਣਾ ਇਹ ਹੋਏਗਾ ਕਿ ਆਪਣੀ ਪਾਰਟੀ ਖੋਲਣ ਤੋਂ ਬਾਅਦ ਕੈਪਟਨ 2022 ਨੂੰ ਲੈ ਕੇ ਆਪਣੇ ਸਿਆਸੀ ਪੱਤੇ ਕਦੋਂ ਖੋਲਦੇ ਨੇ। ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਧਮਕੀਆਂ ਦੇਣ ਅਤੇ ਗਾਲੀ ਗਲੋਚ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਗਾਜ਼ੀਆਬਾਦ ਪੁਲਿਸ ਦੇ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੂੰ ਸ਼ਨੀਵਾਰ ਰਾਤ ਨੂੰ ਵਿਅਕਤੀ ਦੇ 2 ਫੋਨ ਆਏ ਸਨ। ਇੱਕ ਨੇ ਉਸ ਨੂੰ ਟਿਕੈਤ ਨੂੰ ਫੋਨ ਤੇ ਗਾਲਾਂ ਕੱਢੀਆਂ ਤੇ ਧਮਕੀਆਂ ਦਿੱਤੀਆਂ। ਏਜੰਸੀ ਅਨੁਸਾਰ ਟਿਕੈਤ ਦੀ ਸੁਰੱਖਿਆ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਨਿਤਿਨ ਸ਼ਰਮਾ ਨੇ ਸੰਬੰਧੀ ਗਾਜ਼ੀਆਬਾਦ ਦੇ ਕੁਸ਼ਾਂਬੀ ਥਾਣੇ ਵਿੱਚ FIR ਦਰਜ ਕਰਵਾਈ। ਪੁਲਿਸ ਨੇ ਕਾਲ ਡਾਟਾ ਦੀ ਜਾਂਚ ਕੀਤੀ ਅਤੇ ਉੱਤਰਾਖੰਡ ਦੇ ਕਰਨਪ੍ਰਯਾਗ ਸ਼ਹਿਰ ਦੇ ਦੋਸ਼ੀ ਸੁਰਿੰਦਰ ਰਾਵਤ ਨੂੰ ਟ੍ਰੇਸ ਕੀਤਾ ਗਿਆ। ਇਸ ਸੰਬੰਧੀ ਸੀਨੀਅਰ ਪੁਲਿਸ ਅਧਿਕਾਰੀ ਪਵਨ ਕੁਮਾਰ ਨੇ ਜਾਣਕਾਰੀ ਸਾਂਝੀ ਕੀਤੀ ਹੈ। ਕੁਮਾਰ ਨੇ ਦੱਸਿਆ ਕਿ ਫੜੇ ਜਾਣ ਤੋਂ ਬਾਅਦ ਰਾਵਤ ਨੂੰ ਤੁਰੰਤ ਸਥਾਨਕ ਪੁਲਿਸ ਵੱਲੋਂ ਤਲਬ ਕੀਤਾ ਗਿਆ ਤੇ ਉਸ ਤੋਂ ਪੁੱਛਗਿੱਛ ਕੀਤੀ ਗਈ। SSP ਨੇ ਦੱਸਿਆ ਕਿ ਉਸਨੇ ਪੁਲਿਸ ਤੋਂ ਲਿਖਤੀ ਤੌਰ ਤੇ ਮੁਆਫੀ ਮੰਗਦਿਆਂ ਕਿਹਾ ਕਿ ਉਸਨੇ ਨਸ਼ੇ ਦੀ ਹਾਲਤ ਵਿੱਚ ਟਿਕੈਤ ਨੂੰ ਫੋਨ ਕੀਤਾ ਸੀ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਟਿਕੈਤ ਨੂੰ 2 ਵਾਰ ਧਮਕੀ ਭਰੇ ਫੋਨ ਆ ਚੁੱਕੇ ਨੇ। ਪਿਛਲੀਆਂ ਕਾਲਾਂ ਦੀ ਪੜਤਾਲ ਕਰਨ ਤੇ ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮਾਂ ਨੇ ਕਿਸਾਨਾਂ ਦੇ ਧਰਨੇ ਬਾਰੇ ਬਿਕਾਊ ਆਗੂ ਨੂੰ ਫੋਨ ਕੀਤਾ ਸੀ, ਜਿਸ ਦੀ ਉਹ ਅਗਵਾਈ ਕਰ ਰਹੇ ਹਨ। ਤੇ ਹੁਣ ਖਬਰ ਖੇਡ ਜਗਤ ਤੋਂ। ਭਾਰਤ ਨੇ ਸੋਮਵਾਰ ਨੂੰ ਦੂਜੇ ਤੇ ਆਖਰੀ ਟੈਸਟ ਮੈਚ ਦੇ ਚੌਥੇ ਦਿਨ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾ ਕੇ 2 ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ। ਨਿਊਜ਼ੀਲੈਂਡ ਦੀ ਟੀਮ 540 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਪਣੀ ਦੂਜੀ ਪਾਰੀ ਵਿੱਚ 167 ਦੌੜਾਂ ਤੇ ਆਊਟ ਹੋ ਗਈ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 325 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ 62 ਦੌੜਾਂ ਤੇ ਸਿਮਟ ਗਈ ਸੀ।
ਭਾਰਤ ਨੇ ਆਪਣੀ ਦੂਜੀ ਪਾਰੀ 7 ਵਿਕਟਾਂ ਦੇ ਨੁਕਸਾਨ ਤੇ 276 ਦੌੜਾਂ ਬਣਾ ਕੇ ਘੋਸ਼ਿਤ ਕਰ ਦਿੱਤੀ ਸੀ। ਭਾਰਤੀ ਕ੍ਰਿਕਟ ਟੀਮ ਦੀ ਘਰੇਲੂ ਮੈਦਾਨ ਤੇ ਲਗਾਤਾਰ 14ਵੀਂ ਟੈਸਟ ਸੀਰੀਜ਼ ਜਿੱਤ ਹੈ। ਇਸ ਦੇ ਨਾਲ ਹੀ ਇਹ ਟੈਸਟ ਕ੍ਰਿਕਟ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿੱਤ ਵੀ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸਾਲ 2015 ਵਿੱਚ ਦੱਖਣੀ ਅਫਰੀਕਾ ਨੂੰ 337 ਦੌੜਾਂ ਨਾਲ ਮਾਤ ਦਿੱਤੀ ਸੀ। ਦੱਸ ਦਈਏ ਕਿ ਦੋਹਾਂ ਟੀਮਾਂ ਵਿਚਾਲੇ 2 ਮੈਚਾਂ ਦਾ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਕਾਨਪੁਰ ਵਿੱਚ ਖੇਡਿਆ ਗਿਆ ਸੀ, ਜੋ ਡਰਾ ਰਿਹਾ। ਇਹ ਸੀਰੀਜ਼ ਦਾ ਦੂਜਾ ਤੇ ਆਖਰੀ ਮੁਕਾਬਲਾ ਸੀ, ਜਿਸ ਵਿੱਚ ਭਾਰਤ ਨੇ ਵੱਡੇ ਫਰਕ ਨਾਲ ਨਿਊਜ਼ੀਲੈਂਡ ਦੀ ਟੀਮ ਨੂੰ ਮਾਤ ਦਿੱਤੀ ਹੈ। ਇਸ ਮੁਕਾਬਲੇ ਵਿੱਚ ਟੀਮ ਇੰਡੀਆ ਨੇ ਪਹਿਲੀ ਪਾਰੀ ਵਿੱਚ 325 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ ਸਿਰਫ 62 ਦੌੜਾਂ ਤੇ ਹੀ ਆਲ ਆਊਟ ਹੋ ਗਈ ਸੀ। ਰਵਿਚੰਦਰਨ ਅਸ਼ਵਿਨ ਅਤੇ ਮੁਹੰਮਦ ਸਿਰਾਜ ਦੀ ਜੋੜੀ ਨੇ ਪਹਿਲੀ ਪਾਰੀ ਵਿੱਚ ਮਹਿਮਾਨ ਟੀਮ ਦੀ ਕਮਰ ਤੋੜ ਕੇ ਰੱਖ ਦਿੱਤੀ ਸੀ। ਦੂਜੀ ਪਾਰੀ ਵਿੱਚ ਭਾਰਤੀ ਟੀਮ ਨੇ 276 ਦੌੜਾਂ ਬਣਾ ਕੇ ਭਾਰੀ ਐਲਾਨ ਦਿੱਤੀ ਸੀ। ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਦੀ बढ़त ਦੇ ਆਧਾਰ ਤੇ 540 ਦੌੜਾਂ ਦਾ ਕੁੱਲ ਟੀਚਾ ਮਿਲਿਆ। ਪਹਿਲਾਂ ਹੀ ਸੰਘਰਸ਼ ਕਰ ਰਹੀ ਨਿਊਜ਼ੀਲੈਂਡ ਦੀ ਟੀਮ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 5 ਵਿਕਟਾਂ ਦੇ ਨੁਕਸਾਨ ਤੇ 140 ਦੌੜਾਂ ਹੀ ਬਣਾ ਸਕੀ। ਮੈਚ ਦੇ ਚੌਥੇ ਦਿਨ ਭਾਰਤੀ ਗੇਂਦਬਾਜ਼ਾਂ ਨੇ ਸ਼ੁਰੂ ਤੋਂ ਦਬਦਬਾ ਕਾਇਮ ਰੱਖਿਆ ਤੇ ਮਹਿਜ਼ 27 ਦੌੜਾਂ ਤੇ 5 ਵਿਕਟਾਂ ਲੈ ਲਈਆਂ। ਦੱਸ ਦਈਏ ਕਿ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਵਿੱਚ 62 ਦੌੜਾਂ ਤੇ ਆਊਟ ਕਰਨ ਤੋਂ ਬਾਅਦ ਦੂਜੀ ਪਾਰੀ ਵਿੱਚ ਵੀ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਵਿਚੰਦਰਨ ਅਸ਼ਵਿਨ ਨੇ ਪਹਿਲੀ ਅਤੇ ਦੂਜੀ ਪਾਰੀ ਵਿੱਚ 4-4 ਵਿਕਟਾਂ ਲਈਆਂ। ਉਹਨਾਂ ਤੋਂ ਇਲਾਵਾ ਮੁਹੰਮਦ ਸਿਰਾਜ ਨੇ ਪਹਿਲੀ ਪਾਰੀ ਵਿੱਚ 3, ਅਕਸ਼ਰ ਪਟੇਲ ਨੇ 2 ਅਤੇ ਜਯੰਤ ਯਾਦਵ ਨੇ 1 ਵਿਕਟ ਲਈ। ਅਸ਼ਵਿਨ ਤੋਂ ਇਲਾਵਾ ਜਯੰਤ ਯਾਦਵ ਨੇ ਵੀ ਦੂਜੀ ਪਾਰੀ ਵਿੱਚ 4 ਵਿਕਟਾਂ ਲਈਆਂ। ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਐਤਵਾਰ ਨੂੰ ਇੱਥੇ ਖਿਤਾਬੀ ਮੁਕਾਬਲੇ ਵਿੱਚ ਦੱਖਣੀ ਕੋਰੀਆ ਦੀ ਆਨ ਸਿਓਂਗ ਹੱਥੋਂ ਸਿੱਧੀਆਂ ਗੇਮਾਂ ਵਿੱਚ ਹਾਰ ਕਾਰਨ BWF ਵਿਸ਼ਵ ਟੂਰ ਫਾਈਨਲਜ਼ ਵਿੱਚ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਮੌਜੂਦਾ ਵਿਸ਼ਵ ਚੈਂਪੀਅਨ ਸਿੰਧੂ ਕੋਲ ਵਿਸ਼ਵ ਵਿੱਚ 6ਵੇਂ ਨੰਬਰ ਦੀ ਕੋਰੀਆਈ ਖਿਡਾਰਨ ਦੀ ਖੇਡ ਦਾ ਕੋਈ ਜਵਾਬ ਨਹੀਂ ਸੀ ਤੇ ਉਹ ਆਸਾਨੀ ਨਾਲ 16-21, 12-21 ਨਾਲ ਹਾਰ ਗਈ। ਸਿਓਂਗ ਨੇ ਨੈੱਟ ਤੇ ਬਿਹਤਰੀਨ ਖੇਡ ਦਿਖਾਇਆ ਤੇ ਬੇਸ ਲਾਈਨ ਤੇ ਵੀ ਚੰਗਾ ਪ੍ਰਦਰਸ਼ਨ ਕੀਤਾ। ਉਹਨਾਂ ਨੇ 39 ਮਿੰਟ ਤੱਕ ਚੱਲੇ ਮੈਚ ਵਿੱਚ 2 ਵਾਰ ਦੀ 올림픽 ਮੈਡਲ ਜੇਤੂ ਭਾਰਤੀ ਖਿਡਾਰਨ ਨੂੰ ਕਿਸੇ ਵੀ ਸਮੇਂ ਵਾਪਸੀ ਦਾ ਮੌਕਾ ਨਹੀਂ ਦਿੱਤਾ। ਸਿਓਂਗ ਨੇ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਮਾਸਟਰਸ ਤੇ ਇੰਡੋਨੇਸ਼ੀਆ ਓਪਨ ਦੇ ਖਿਤਾਬ ਜਿੱਤੇ ਸਨ। ਉਹਨਾਂ ਨੇ ਅਕਤੂਬਰ ਵਿੱਚ ਡੈਨਮਾਰਕ ਓਪਨ ਦੇ ਕੁਆਰਟਰ ਫਾਈਨਲ ਵਿੱਚ ਵੀ ਸਿੰਧੂ ਨੂੰ ਹਰਾਇਆ ਸੀ। ਇਹ ਤੀਜਾ ਮੌਕਾ ਸੀ ਜਦ ਸਿੰਧੂ ਟੂਰਨਾਮੈਂਟ ਦੇ ਫਾਈਨਲ ਵਿੱਚ ਪੁੱਜੀ ਸੀ। ਉਹ 2018 ਵਿੱਚ ਖਿਤਾਬ ਜਿੱਤ ਕੇ ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਬਣੀ ਸੀ। ਹਾਲਾਂਕਿ ਇਸ ਵਾਰ ਉਹ ਜਿੱਤ ਹਾਸਲ ਨਹੀਂ ਕਰ ਸਕੀ। ਕੋਰੀਆ ਦੀ 19 ਸਾਲਾਂ ਦੀ ਖਿਡਾਰਨ ਖਿਲਾਫ ਸਿੰਧੂ ਇੱਕ ਵਾਰ ਮੁੜ ਅਸਹਿਜ ਨਜ਼ਰ ਆਈ ਤੇ ਆਪਣੀ ਹਮਲਾਵਾਰ ਖੇਡ ਨੂੰ ਅੱਗੇ ਨਹੀਂ ਵਧਾ ਸਕੀ। ਸਿਓਂਗ ਨੇ ਨੈੱਟ ਦਾ ਸ਼ਾਨਦਾਰ ਇਸਤੇਮਾਲ ਕੀਤਾ ਤੇ ਸ਼ਟਲ ਤੇ ਬਿਹਤਰ ਵਾਰ ਨਾਲ ਉਹਨਾਂ ਨੇ ਸਿੰਧੂ ਨੂੰ ਯੋਜਨਾ ਨੂੰ ਨਾਕਾਮ ਕਰ ਦਿੱਤਾ। ਮੈਚ ਦੀ ਸ਼ੁਰੂਆਤ ਵਿੱਚ ਹੀ ਸਿੰਧੂ 0-4 ਨਾਲ ਪਛੜ ਗਈ। ਉਹਨਾਂ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਕੋਰੀਆਈ ਖਿਡਾਰਨ ਨੇ ਉਹਨਾਂ ਨੂੰ ਇੱਕ ਵਾਰ ਵਿੱਚ ਕਈ ਅੰਕ ਹਾਸਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਸਿਓਂਗ ਨੇ ਆਪਣੀ बढ़त ਨੂੰ 16-8 ਕੀਤਾ। ਹਾਲਾਂਕਿ ਸਿੰਧੂ ਨੇ ਕੁਝ ਹੱਦ ਤੱਕ ਵਾਪਸੀ ਕਰਦੇ ਹੋਏ ਇਸ ਫਰਕ ਨੂੰ ਘੱਟ ਕੀਤਾ, ਪਰ ਉਹ ਕੋਰੀਆਈ ਖਿਡਾਰਨ ਨੂੰ 21-16 ਨਾਲ ਗੇਮ ਆਪਣੇ ਨਾਂ ਕਰਨ ਤੋਂ ਨਹੀਂ ਰੋਕ ਸਕੀ। ਸਿੰਧੂ ਨੇ ਇਸ ਤੋਂ ਬਾਅਦ ਦੂਜੀ ਗੇਮ ਵਿੱਚ 5-4 ਦੀ बढ़त ਲੈ ਕੇ ਚੰਗੀ ਸ਼ੁਰੂਆਤ ਕੀਤੀ, ਪਰ ਸਿਓਂਗ ਨੇ ਵਾਪਸੀ ਕਰਦੇ ਹੋਏ 10-6 ਦੀ बढ़त ਲੈ ਲਈ ਤੇ ਇਸ ਗੇਮ ਨੂੰ 21-12 ਨਾਲ ਜਿੱਤ ਕੇ ਮੁਕਾਬਲਾ ਆਪਣੇ ਨਾਂ ਕੀਤਾ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।